ਅੱਜ ਗੁਰਮੀਤ ਬਾਵਾ ਜੀ ਦੇ ਸੰਸਕਾਰ ਤੋਂ ਆਏ ਔਰ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ। ਮਤਲਬ ਇਹ ਵੀਡੀਓ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਕਿ ਇੰਨੇ ਵੱਡੇ ਫਨਕਾਰ ਹੋਣ ਤੇ ਜਦੋਂ ਵੀ ਮੈਂ ਸਟੇਜਾਂ ਤੇ ਬਹੁਤ ਸਾਰੀਆਂ ਸਟੇਜਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਵੱਡੇ ਵੱਡੇ ਫਨਕਾਰ ਉਹਨਾਂ ਨੂੰ ਪੈਰੀ ਹੱਥ ਲਾ ਕੇ ਉਹਨਾਂ ਨੂੰ ਪੰਜਾਬੀ ਲੋਕ ਗੀਤਾਂ ਦੀ ਮਾਂ, ਉਹਨਾਂ ਨੂੰ ਆਪਣੀ ਮਾਂ ਕਹਿੰਦੇ ਸੀ। ਔਰ ਅੱਜ ਜਦੋਂ ਦੁਨੀਆ ਤੋਂ ਰੁਖਸਤ ਹੋਏ, ਜਦੋਂ ਦੁਬਾਰਾ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਤੇ ਅਸੀਂ ਕਿਸੇ ਫਨਕਾਰ ਨੂੰ ਉਹਦੇ ਕੱਦ ਦੇ ਮੁਤਾਬਕ ਰੁਖਸਤੀ ਵੀ ਨਹੀਂ ਦੇ ਸਕਦੇ ਕਿ ਸਾਡੇ ਕੋਲ ਇੰਨਾ ਵੀ ਵਕਤ ਨਹੀਂ ਸੀਗਾ ਕਿ ਅਸੀਂ 10 ਕਲਾਕਾਰ ਉਹਨਾਂ ਦੇ ਸੰਸਕਾਰ ਤੇ ਪਹੁੰਚਦੇ। ਗਿਣਤੀ ਦੇ 3-4 ਲੋਕ ਉੱਥੇ ਸੰਸਕਾਰ ਤੇ ਸਨ। ਮੈਂ ਮੰਨਿਆ ਕਿ ਤੁਸੀਂ ਸਾਰੇ ਬਹੁਤ ਬਿਜ਼ੀ ਹੋ, ਬਹੁਤ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ, ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਫਨਕਾਰ ਹੋਣ ਦੇ ਨਾਲ ਨਾਲ ਇਨਸਾਨ ਵੀ ਆ ਔਰ ਅਸੀਂ ਸਾਰਿਆਂ ਨੇ ਰੁਖਸਤ ਹੋਣਾ ਹੈ। ਔਰ ਕਿਸੇ ਵੀ ਕਲਾਕਾਰ ਦਾ ਸਭ ਤੋਂ ਵੱਡਾ ਕੱਦ ਉਦੋਂ ਹੁੰਦਾ ਹੈ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਸਨੇ ਜ਼ਿੰਦਗੀ 'ਚ ਕੀ ਕਮਾਈ ਕੀਤੀ, ਉਹਦਾ ਭਾਈਚਾਰਾ ਉਹਦੇ ਨਾਲ ਕਿੰਨਾ ਖੜਾ ਹੈ, ਇਹੋ ਹੀ ਸਭ ਤੋਂ ਵੱਡੀ ਉਸਦੀ ਕਮਾਈ ਹੁੰਦੀ ਹੈ। ਅੱਜ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਾ। ਬਹੁਤ ਸਾਰੇ ਲੋਕ ਸਨ ਉਹਨਾਂ ਨਾਲ, ਪਰ ਮੇਰੀਆਂ ਨਜ਼ਰਾਂ ਢੂੰਡ ਰਹੀਆਂ ਸਨ ਕਿ ਕੋਈ ਵੀ ਨਵੇਂ ਪੁਰਾਣੇ ਆਰਟਿਸਟਾਂ 'ਚ ਕੋਈ ਨਹੀਂ ਸੀਗਾ। 3-4 ਚੁਣਿੰਦਾ ਲੋਕ ਸਨ ਜਿਹੜੇ ਬਹੁਤ ਲਾਗੇ, ਜਿਨ੍ਹਾਂ ਨੂੰ ਪਿਆਰ ਸੀ ਔਰ ਜਿਨ੍ਹਾਂ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆ ਵੀ ਉਹ ਵਿਚਾਰੇ ਕਿਵੇਂ ਪਹੁੰਚੇ ਨੇ ਸ਼ਮਸ਼ਾਨ ਭੂਮੀ ਦੇ ਵਿੱਚ, ਉਹ ਉਹਨਾਂ ਨੂੰ ਹੀ ਪਤਾ ਹੋਏਗਾ। ਚਾਹੇ ਉਹ ਕੁਝ ਗੱਲਾਂ ਤੂੰ ਸੁਣ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਕਹਿ ਨਹੀਂ ਸਕਦੀ, ਕੁਝ ਗੱਲਾਂ ਤੂੰ ਕਰ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਜਰ ਨਹੀਂ ਸਕਦੀ। ਅੱਜ ਗੁਰਮੀਤ ਬਾਵਾ ਜੀ ਦੇ ਸੰਸਕਾਰ ਤੋਂ ਆਏ ਔਰ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ। ਮਤਲਬ ਇਹ ਵੀਡੀਓ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਹੈ ਕਿ ਇੰਨੇ ਵੱਡੇ ਫਨਕਾਰ ਹੋਣ ਤੇ ਜਦੋਂ ਵੀ ਮੈਂ ਸਟੇਜਾਂ ਤੇ ਬਹੁਤ ਸਾਰੀਆਂ ਸਟੇਜਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਵੱਡੇ ਵੱਡੇ ਫਨਕਾਰ ਉਹਨਾਂ ਨੂੰ ਪੈਰੀ ਹੱਥ ਲਾ ਕੇ ਉਹਨਾਂ ਨੂੰ ਪੰਜਾਬੀ ਲੋਕ ਗੀਤਾਂ ਦੀ ਮਾਂ, ਉਹਨਾਂ ਨੂੰ ਆਪਣੀ ਮਾਂ ਕਹਿੰਦੇ ਸੀ। ਔਰ ਅੱਜ ਜਦੋਂ ਦੁਨੀਆ ਤੋਂ ਰੁਖਸਤ ਹੋਏ, ਜਦੋਂ ਦੁਬਾਰਾ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਤੇ ਅਸੀਂ ਕਿਸੇ ਫਨਕਾਰ ਨੂੰ ਉਹਦੇ ਕੱਦ ਦੇ ਮੁਤਾਬਕ ਰੁਖਸਤੀ ਵੀ ਨਹੀਂ ਦੇ ਸਕਦੇ ਕਿ ਸਾਡੇ ਕੋਲ ਇੰਨਾ ਵੀ ਵਕਤ ਨਹੀਂ ਸੀਗਾ ਕਿ ਅਸੀਂ 10 ਕਲਾਕਾਰ ਉਹਨਾਂ ਦੇ ਸੰਸਕਾਰ ਤੇ ਪਹੁੰਚਦੇ। ਗਿਣਤੀ ਦੇ 3-4 ਲੋਕ ਉੱਥੇ ਸੰਸਕਾਰ ਤੇ ਸਨ। ਮੈਂ ਮੰਨਿਆ ਕਿ ਤੁਸੀਂ ਸਾਰੇ ਬਹੁਤ ਬਿਜ਼ੀ ਹੋ, ਬਹੁਤ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ, ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਫਨਕਾਰ ਹੋਣ ਦੇ ਨਾਲ ਨਾਲ ਇਨਸਾਨ ਵੀ ਆ ਔਰ ਅਸੀਂ ਸਾਰਿਆਂ ਨੇ ਰੁਖਸਤ ਹੋਣਾ ਹੈ। ਔਰ ਕਿਸੇ ਵੀ ਕਲਾਕਾਰ ਦਾ ਸਭ ਤੋਂ ਵੱਡਾ ਕੱਦ ਉਦੋਂ ਹੁੰਦਾ ਹੈ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਸਨੇ ਜ਼ਿੰਦਗੀ 'ਚ ਕੀ ਕਮਾਈ ਕੀਤੀ, ਉਹਦਾ ਭਾਈਚਾਰਾ ਉਹਦੇ ਨਾਲ ਕਿੰਨਾ ਖੜਾ ਹੈ, ਇਹੋ ਹੀ ਸਭ ਤੋਂ ਵੱਡੀ ਉਸਦੀ ਕਮਾਈ ਹੁੰਦੀ ਹੈ। ਅੱਜ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਾ। ਬਹੁਤ ਸਾਰੇ ਲੋਕ ਸਨ ਉਹਨਾਂ ਨਾਲ, ਪਰ ਮੇਰੀਆਂ ਨਜ਼ਰਾਂ ਢੂੰਡ ਰਹੀਆਂ ਸਨ ਕਿ ਕੋਈ ਵੀ ਨਵੇਂ ਪੁਰਾਣੇ ਆਰਟਿਸਟਾਂ 'ਚ ਕੋਈ ਨਹੀਂ ਸੀਗਾ। 3-4 ਚੁਣਿੰਦਾ ਲੋਕ ਸਨ ਜਿਹੜੇ ਬਹੁਤ ਲਾਗੇ, ਜਿਨ੍ਹਾਂ ਨੂੰ ਪਿਆਰ ਸੀ ਔਰ ਜਿਨ੍ਹਾਂ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆ ਵੀ ਉਹ ਵਿਚਾਰੇ ਕਿਵੇਂ ਪਹੁੰਚੇ ਨੇ ਸ਼ਮਸ਼ਾਨ ਭੂਮੀ ਦੇ ਵਿੱਚ, ਉਹ ਉਹਨਾਂ ਨੂੰ ਹੀ ਪਤਾ ਹੋਏਗਾ। ਚਾਹੇ ਉਹ ਪੂਰਨ ਚੰਦ ਵਡਾਲੀ ਸਨ, ਚਾਹੇ ਉਹ ਜਤਿੰਦਰ ਕੌਰ ਜੀ ਸਨ, ਚਾਹੇ ਉਹ ਦਲਵਿੰਦਰ ਦਿਆਲਪੁਰੀ ਸੀ ਜਾਂ ਮੈਂ ਸਾਂ। ਮਤਲਬ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਆਪਣੇ ਕਲਾਕਾਰ ਭਾਈਚਾਰੇ ਤੇ ਕਿ ਅਸੀਂ ਸਟੇਜਾਂ ਤੇ ਲੋਕ ਕੇ ਬੜੇ ਵੱਡੇ ਲੈਕਚਰ ਦਿੰਨੇ ਆ। ਅਸੀਂ ਕੋਈ ਵੀ ਵੱਡਾ ਆਰਟਿਸਟ ਮਿਲਦਾ ਅਸੀਂ ਉਹਦੇ ਪੈਰੀ ਹੱਥ ਲਾਣੇ ਆ, ਅਸੀਂ ਦੰਡਵਤ ਉਹਨਾਂ ਨੂੰ ਪ੍ਰਣਾਮ ਕਰਨੇ ਆ, ਪਰ ਜਦੋਂ ਚਲੇ ਜਾਂਦੇ ਨੇ ਤੇ ਮਤਲਬ ਅਸੀਂ ਸਿਰਫ ਪਬਲਿਸਿਟੀ ਲਈ ਰਹਿ ਗਏ ਆ ਕਿ ਜਿੱਥੇ ਪਬਲਿਸਿਟੀ ਮਿਲਦੀ ਅਸੀਂ ਉੱਥੇ ਜਾਣਾ ਹੈ। ਸਾਡਾ ਇਖਲਾਕੀ, ਸਾਰਾ ਬਰਾਦਰੀ ਦੇ ਤੌਰ ਤੇ ਕੋਈ ਫਰਜ਼ ਨਹੀਂ ਬਣਦਾ ਕਿ ਅਸੀਂ ਇਕੱਠਾ ਹੋ ਕੇ ਭਾਈਚਾਰਾ ਇੱਕ ਬੰਦੇ ਦੀ ਜਾਨ ਦੀ ਉਸਦੀ ਸ਼ੋਭਾ ਤੇ ਵਧਾ ਸਕੀਏ। ਉਹ ਤੇ ਚਲਾ ਗਿਆ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਸਦੇ ਪਰਿਵਾਰ ਨੂੰ, ਲੋਕਾਂ ਨੂੰ ਬਹੁਤ ਫਰਕ ਪੈਂਦਾ ਕਿ ਤੁਸੀਂ ਉਹਨਾਂ ਦੇ ਨਾਲ ਕਿੰਨਾ ਜੁੜੇ ਹੋ। ਗੁਰਮੀਤ ਬਾਵਾ ਕੋਈ ਛੋਟਾ ਨਾਮ ਨਹੀਂ ਸੀ, ਦੁਬਾਰਾ ਨਹੀਂ ਜੰਮਣੀ। ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦੀ ਹੇਕ ਹੈ ਔਰ ਤੁਹਾਡੇ ਚੋਂ ਬਹੁਤੀਆਂ ਕੁੜੀਆਂ, ਬਹੁਤੇ ਮੁੰਡੇ ਉਹਨਾਂ ਦੇ ਗਾਣੇ ਗਾ ਕੇ ਹਿੱਟ ਹੋਏ ਨੇ। ਇੰਨਾ ਤੇ ਆਪਾਂ ਆਪਣੇ ਆਪ ਦੇ ਵਿੱਚ ਮਤਲਬ ਉਹ ਰੱਖੀਏ ਕਿ ਅਸੀਂ ਕੋਈ ਵੀ ਸਾਡਾ ਸੀਨੀਅਰ ਜਾਂਦਾ ਇਸ ਧਰਤੀ ਤੋਂ ਵਿਦਾ ਹੁੰਦਾ ਤੇ ਅਸੀਂ ਆਪਣੇ ਕੰਮਕਾਰ ਛੱਡ ਕੇ ਘੰਟਾ 2 ਘੰਟੇ ਲਈ ਅਸੀਂ ਪਹੁੰਚ ਨਹੀਂ ਸਕਦੇ। ਇਸ ਤੋਂ ਵੱਧ ਅਸੀਂ ਕੀ ਐਕਸਪੈਕਟ ਕਰਦੇ ਹਾਂ? ਫਿਰ ਜਦੋਂ ਲੋਕ ਸਾਨੂੰ ਕਹਿੰਦੇ ਨੇ ਤੇ ਅਸੀਂ ਕਹਿੰਦੇ ਹਾਂ ਕਿ ਲੋਕ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ, ਚੰਗਾ ਕਹਿੰਦੇ ਨੇ ਜਾਂ ਮਾੜਾ ਕਹਿੰਦੇ ਨੇ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਅਸੀਂ ਆਪਣੇ ਕਿਰਦਾਰ ਨੂੰ, ਆਪਣੇ ਗੀਤਾਂ ਦੇ, ਆਪਣੇ ਬੋਲਾਂ ਦੇ ਮੇਚ ਦਾ ਕਰੀਏ। ਔਰ ਮੇਰੀ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਬਹੁਤ ਵੱਡਾ ਨਾਂ ਸੀ ਗੁਰਮੀਤ ਬਾਵਾ, ਦੁਬਾਰਾ ਧਰਤੀ ਤੇ ਨਹੀਂ ਆਣਾ। ਉਹਨਾਂ ਦਾ ਭੋਗ ਹੈ, ਮੈਂ ਪੋਸਟ ਪਾਵਾਂਗੀ ਔਰ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਉਹਨਾਂ ਦੇ ਭੋਗ ਤੇ ਸਾਰਿਆਂ ਨੇ ਸ਼ਾਮਿਲ ਹੋਣਾ ਤਾਂ ਕਿ ਜਿੱਡਾ ਵੱਡਾ ਉਹਨਾਂ ਦਾ ਕੱਦ ਸੀ। ਮੇਰੀ ਦਿਲੀ ਤਮੰਨਾ ਹੈ ਅਸੀਂ ਪਰਿਵਾਰ ਦੇ ਨਾਲ ਤੇ ਤੁਸੀਂ ਨਹੀਂ ਖੜ ਸਕਦੇ ਕਿ ਆਪਾਂ ਪਿੱਛੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਹੜੇ ਜੀ ਰਹਿ ਗਏ ਨੇ ਜਿਹੜੇ ਕਮਾਉਣ ਵਾਲੇ ਜਾਂ ਨਹੀਂ ਕਮਾਉਣ ਵਾਲੇ, ਉਹਨਾਂ ਦਾ ਪਰਿਵਾਰ ਕਿਵੇਂ ਚੱਲੇਗਾ।
ਮੈਂ ਆਪਣੇ ਵੱਲੋਂ ਜਿੰਨੇ ਜੋਗੀ ਆ ਮੈਂ ਪੂਰੀ ਕੋਸ਼ਿਸ਼ ਕਰਾਂਗੀ, ਲੇਕਿਨ ਮੇਰੀ ਸਿਰਫ ਤੁਹਾਡੇ ਕੋਲੋਂ ਮੈਂ ਕੋਈ ਤੁਹਾਡੇ ਕੋਲੋਂ ਫਾਈਨੈਂਸ਼ੀਅਲ ਸਪੋਰਟ ਦੀ ਅਪੀਲ ਨਹੀਂ ਕਰ ਰਹੀ। ਮੈਂ ਸਿਰਫ ਇੱਕ ਰਿਕੁਐਸਟ ਕਰ ਰਹੀ ਹਾਂ ਕਿ ਉਹਨਾਂ ਦੇ ਭੋਗ ਦੇ ਉੱਤੇ ਸਾਰੇ ਨਵੇਂ ਪੁਰਾਣੇ ਕਲਾਕਾਰ ਜ਼ਰੂਰ ਪਹੁੰਚਣ, ਤਾਂ ਕਿ ਇੱਕ ਫਨਕਾਰ ਜਿਹੜਾ ਐਡਾ ਵੱਡਾ ਇੱਕ ਕਿੰਨੇ ਦਹਾਕੇ ਜੀ ਕੇ ਗਿਆ, ਇੱਕ ਸਦੀ ਮਤਲਬ ਇਤਿਹਾਸ ਸੀ, ਸੰਸਥਾ ਸੀ ਆਪਣੇ ਆਪ ਦੇ ਵਿੱਚ, ਉਹਨਾਂ ਨੂੰ ਜਦੋਂ ਅਸੀਂ ਇਸ ਧਰਤੀ ਤੋਂ ਰੁਖਸਤ ਕਰੀਏ, ਉਹਨਾਂ ਦਾ ਭੋਗ ਹੋਵੇ ਤੇ ਘੱਟੋ ਘੱਟ ਉਹਨਾਂ ਦੀ ਰੂਹ ਜਿਹੜੀ ਉਹਨਾਂ ਨੂੰ ਸ਼ਾਂਤੀ ਮਿਲੇ ਕਿ ਵਾਕਈ ਮੇਰੇ ਆਪਣੇ ਲੋਕ ਵੀ ਮੈਨੂੰ ਪਿਆਰ ਕਰਦੇ ਸੀ। ਜੇ ਕੋਈ ਚੰਗਾ ਮਾੜਾ ਕਿਹਾ ਗਿਆ ਹੋਏ ਤੇ ਮਾਫੀ ਚਾਹਨੀ ਹਾਂ। ਕੁਝ ਗੱਲਾਂ ਤੂੰ ਸੁਣ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਕਹਿ ਨਹੀਂ ਸਕਦੀ, ਕੁਝ ਗੱਲਾਂ ਤੂੰ ਕਰ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਜਰ ਨਹੀਂ ਸਕਦੀ। ਅੱਜ ਗੁਰਮੀਤ ਬਾਵਾ ਜੀ ਦੇ ਸੰਸਕਾਰ ਤੋਂ ਆਏ ਆ ਔਰ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ। ਮਤਲਬ ਇਹ ਵੀਡੀਓ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਹੈ ਕਿ ਇੰਨੇ ਵੱਡੇ ਫਨਕਾਰ ਹੋਣ, ਤੇ ਜਦੋਂ ਵੀ ਮੈਂ ਸਟੇਜਾਂ ਤੇ ਬਹੁਤ ਸਾਰੀਆਂ ਸਟੇਜਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਵੱਡੇ ਵੱਡੇ ਫਨਕਾਰ ਉਹਨਾਂ ਨੂੰ ਪੈਰੀ ਹੱਥ ਲਾ ਕੇ ਉਹਨਾਂ ਨੂੰ ਪੰਜਾਬੀ ਲੋਕ ਗੀਤਾਂ ਦੀ ਮਾਂ, ਉਹਨਾਂ ਨੂੰ ਆਪਣੀ ਮਾਂ ਕਹਿੰਦੇ ਸੀ। ਔਰ ਅੱਜ ਜਦੋਂ ਦੁਨੀਆ ਤੋਂ ਰੁਖਸਤ ਹੋਏ, ਜਦੋਂ ਦੁਬਾਰਾ ਉਹਨਾਂ ਨੇ ਮੁੜ ਕੇ ਨਹੀਂ ਆਉਣਾ, ਤੇ ਅਸੀਂ ਕਿਸੇ ਫਨਕਾਰ ਨੂੰ ਉਹਦੇ ਕੱਦ ਦੇ ਮੁਤਾਬਕ ਰੁਖਸਤੀ ਵੀ ਨਹੀਂ ਦੇ ਸਕਦੇ ਕਿ ਸਾਡੇ ਕੋਲ ਇੰਨਾ ਵੀ ਵਕਤ ਨਹੀਂ ਸੀਗਾ ਕਿ ਅਸੀਂ 10 ਕਲਾਕਾਰ ਉਹਨਾਂ ਦੇ ਸੰਸਕਾਰ ਤੇ ਪਹੁੰਚਦੇ। ਗਿਣਤੀ ਦੇ 3-4 ਲੋਕ ਉੱਥੇ ਸੰਸਕਾਰ ਤੇ ਸਨ। ਮੈਂ ਮੰਨਿਆ ਕਿ ਤੁਸੀਂ ਸਾਰੇ ਬਹੁਤ ਬਿਜ਼ੀ ਹੋ, ਬਹੁਤ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ, ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਫਨਕਾਰ ਹੋਣ ਦੇ ਨਾਲ ਨਾਲ ਇਨਸਾਨ ਵੀ ਆ ਔਰ ਅਸੀਂ ਸਾਰਿਆਂ ਨੇ ਰੁਖਸਤ ਹੋਣਾ ਹੈ। ਔਰ ਕਿਸੇ ਵੀ ਕਲਾਕਾਰ ਦਾ ਸਭ ਤੋਂ ਵੱਡਾ ਕੱਦ ਉਦੋਂ ਹੁੰਦਾ ਹੈ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਤੇ ਉਸਨੇ ਜ਼ਿੰਦਗੀ 'ਚ ਕੀ ਕਮਾਈ ਕੀਤੀ, ਉਹਦਾ ਭਾਈਚਾਰਾ ਉਹਦੇ ਨਾਲ ਕਿੰਨਾ ਖੜਾ ਹੈ, ਇਹੋ ਹੀ ਸਭ ਤੋਂ ਵੱਡੀ ਉਸਦੀ ਕਮਾਈ ਹੁੰਦੀ ਹੈ। ਅੱਜ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਾ। ਬਹੁਤ ਸਾਰੇ ਲੋਕ ਸਨ ਉਹਨਾਂ ਨਾਲ, ਪਰ ਮੇਰੀਆਂ ਨਜ਼ਰਾਂ ਢੂੰਡ ਰਹੀਆਂ ਸਨ ਕਿ ਕੋਈ ਵੀ ਨਵੇਂ ਪੁਰਾਣੇ ਆਰਟਿਸਟਾਂ 'ਚੋਂ ਕੋਈ ਨਹੀਂ ਸੀਗਾ। 3-4 ਚੁਣਿੰਦਾ ਲੋਕ ਸਨ ਜਿਹੜੇ ਬਹੁਤ ਲਾਗੇ, ਜਿਨ੍ਹਾਂ ਨੂੰ ਪਿਆਰ ਸੀ ਔਰ ਜਿਨ੍ਹਾਂ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆ ਵੀ ਉਹ ਵਿਚਾਰੇ ਕਿਵੇਂ ਪਹੁੰਚੇ ਨੇ ਸ਼ਮਸ਼ਾਨ ਭੂਮੀ ਦੇ ਵਿੱਚ, ਉਹ ਉਹਨਾਂ ਨੂੰ ਹੀ ਪਤਾ ਹੋਏਗਾ। ਚਾਹੇ ਉਹ ਪੂਰਨ ਚੰਦ ਵਡਾਲੀ ਸਨ, ਚਾਹੇ ਉਹ ਜਤਿੰਦਰ ਕੌਰ ਜੀ ਸਨ, ਚਾਹੇ ਉਹ ਦਲਵਿੰਦਰ ਦਿਆਲਪੁਰੀ ਸੀ ਜਾਂ ਮੈਂ ਸਾਂ। ਮਤਲਬ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਆਪਣੇ ਕਲਾਕਾਰ ਭਾਈਚਾਰੇ ਤੇ ਕਿ ਅਸੀਂ ਸਟੇਜਾਂ ਤੇ ਖਲੋ ਕੇ ਬੜੇ ਵੱਡੇ ਲੈਕਚਰ ਦਿੰਨੇ ਆ। ਅਸੀਂ ਕੋਈ ਵੀ ਵੱਡਾ ਆਰਟਿਸਟ ਮਿਲਦਾ ਅਸੀਂ ਉਹਦੇ ਪੈਰੀ ਹੱਥ ਲਾਣੇ ਆ, ਅਸੀਂ ਦੰਡਵਤ ਉਹਨਾਂ ਨੂੰ ਪ੍ਰਣਾਮ ਕਰਨੇ ਆ, ਪਰ ਜਦੋਂ ਚਲੇ ਜਾਂਦੇ ਨੇ ਤੇ ਮਤਲਬ ਅਸੀਂ ਸਿਰਫ ਪਬਲਿਸਿਟੀ ਲਈ ਰਹਿ ਗਏ ਆ ਕਿ ਜਿੱਥੇ ਪਬਲਿਸਿਟੀ ਮਿਲਦੀ ਅਸੀਂ ਉੱਥੇ ਜਾਣਾ ਹੈ। ਸਾਡਾ ਇਖਲਾਕੀ, ਸਾਰਾ ਬਰਾਦਰੀ ਦੇ ਤੌਰ ਤੇ ਕੋਈ ਫਰਜ਼ ਨਹੀਂ ਬਣਦਾ ਕਿ ਅਸੀਂ ਇਕੱਠਾ ਹੋ ਕੇ ਭਾਈਚਾਰਾ ਇੱਕ ਬੰਦੇ ਦੀ ਜਾਨ ਦੀ ਉਸਦੀ ਸ਼ੋਭਾ ਤੇ ਵਧਾ ਸਕੀਏ। ਉਹ ਤੇ ਚਲਾ ਗਿਆ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਸਦੇ ਪਰਿਵਾਰ ਨੂੰ, ਲੋਕਾਂ ਨੂੰ ਬਹੁਤ ਫਰਕ ਪੈਂਦਾ ਕਿ ਤੁਸੀਂ ਉਹਨਾਂ ਦੇ ਨਾਲ ਕਿੰਨਾ ਜੁੜੇ ਹੋ। ਗੁਰਮੀਤ ਬਾਵਾ ਕੋਈ ਛੋਟਾ ਨਾਮ ਨਹੀਂ ਸੀ, ਦੁਬਾਰਾ ਨਹੀਂ ਜੰਮਣੀ। ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦੀ ਹੈ ਕਿ ਔਰ ਤੁਹਾਡੇ ਚੋਂ ਬਹੁਤੀਆਂ ਕੁੜੀਆਂ, ਬਹੁਤੇ ਮੁੰਡੇ ਉਹਨਾਂ ਦੇ ਗਾਣੇ ਗਾ ਕੇ ਹਿੱਟ ਹੋਏ ਨੇ। ਇੰਨਾ ਤੇ ਆਪਾਂ ਆਪਣੇ ਆਪ ਦੇ ਵਿੱਚ ਮਤਲਬ ਉਹ ਰੱਖੀਏ ਕਿ ਅਸੀਂ ਕਿਸੇ ਕੋਈ ਵੀ ਸਾਡਾ ਸੀਨੀਅਰ ਜਾਂਦਾ ਇਸ ਧਰਤੀ ਤੋਂ ਵਿਦਾ ਹੁੰਦਾ ਤੇ ਅਸੀਂ ਆਪਣੇ ਕੰਮਕਾਰ ਛੱਡ ਕੇ ਘੰਟਾ 2 ਘੰਟੇ ਲਈ ਅਸੀਂ ਪਹੁੰਚ ਨਹੀਂ ਸਕਦੇ। ਇਸ ਤੋਂ ਵੱਧ ਅਸੀਂ ਕੀ ਐਕਸਪੈਕਟ ਕਰਦੇ ਹਾਂ? ਫਿਰ ਜਦੋਂ ਲੋਕ ਸਾਨੂੰ ਕਹਿੰਦੇ ਨੇ ਤੇ ਅਸੀਂ ਕਹਿੰਦੇ ਹਾਂ ਕਿ ਲੋਕ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ, ਚੰਗਾ ਕਹਿੰਦੇ ਨੇ ਜਾਂ ਮਾੜਾ ਕਹਿੰਦੇ ਨੇ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਅਸੀਂ ਆਪਣੇ ਕਿਰਦਾਰ ਨੂੰ, ਆਪਣੇ ਗੀਤਾਂ ਦੇ, ਆਪਣੇ ਬੋਲਾਂ ਦੇ ਮੇਚ ਦਾ ਕਰੀਏ। ਔਰ ਮੇਰੀ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਬਹੁਤ ਵੱਡਾ ਨਾਂ ਸੀ ਗੁਰਮੀਤ ਬਾਵਾ, ਦੁਬਾਰਾ ਧਰਤੀ ਤੇ ਨਹੀਂ ਆਣਾ। ਉਹਨਾਂ ਦਾ ਭੋਗ ਹੈ, ਮੈਂ ਪੋਸਟ ਪਾਵਾਂਗੀ ਔਰ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਉਹਨਾਂ ਦੇ ਭੋਗ ਤੇ ਸਾਰਿਆਂ ਨੇ ਸ਼ਾਮਿਲ ਹੋਣਾ, ਤਾਂ ਕਿ ਜਿੱਡਾ ਵੱਡਾ ਉਹਨਾਂ ਦਾ ਕੱਦ ਸੀ, ਮੇਰੀ ਦਿਲੀ ਤਮੰਨਾ ਹੈ ਅਸੀਂ ਪਰਿਵਾਰ ਦੇ ਨਾਲ, ਤੇ ਤੁਸੀਂ ਨਹੀਂ ਖੜ ਸਕਦੇ ਕਿ ਆਪਾਂ ਪਿੱਛੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਹੜੇ ਜੀ ਰਹਿ ਗਏ ਨੇ ਜਿਹੜੇ ਕਮਾਉਣ ਵਾਲੇ ਜਾਂ ਨਹੀਂ ਕਮਾਉਣ ਵਾਲੇ, ਉਹਨਾਂ ਦਾ ਪਰਿਵਾਰ ਕਿਵੇਂ ਚੱਲੇਗਾ। ਮੈਂ ਆਪਣੇ ਵੱਲੋਂ ਜਿੰਨੇ ਜੋਗੀ ਆ ਮੈਂ ਪੂਰੀ ਕੋਸ਼ਿਸ਼ ਕਰਾਂਗੀ, ਲੇਕਿਨ ਮੇਰੀ ਸਿਰਫ ਤੁਹਾਡੇ ਕੋਲੋਂ ਮੈਂ ਕੋਈ ਤੁਹਾਡੇ ਕੋਲੋਂ ਫਾਈਨੈਂਸ਼ੀਅਲ ਸਪੋਰਟ ਦੀ ਅਪੀਲ ਨਹੀਂ ਕਰ ਰਹੀ। ਮੈਂ ਸਿਰਫ ਇੱਕ ਰਿਕੁਐਸਟ ਕਰ ਰਹੀ ਹਾਂ ਕਿ ਉਹਨਾਂ ਦੇ ਭੋਗ ਦੇ ਉੱਤੇ ਸਾਰੇ ਨਵੇਂ ਪੁਰਾਣੇ ਕਲਾਕਾਰ ਜ਼ਰੂਰ ਪਹੁੰਚਣ, ਤਾਂ ਕਿ ਇੱਕ ਫਨਕਾਰ ਜਿਹੜਾ ਐਡਾ ਵੱਡਾ ਇੱਕ ਕਿੰਨੇ ਦਹਾਕੇ ਜੀ ਕੇ ਗਿਆ, ਇੱਕ ਸਦੀ ਮਤਲਬ ਇਤਿਹਾਸ ਸੀ, ਸੰਸਥਾ ਸੀ ਆਪਣੇ ਆਪ ਦੇ ਵਿੱਚ, ਉਹਨਾਂ ਨੂੰ ਜਦੋਂ ਅਸੀਂ ਇਸ ਧਰਤੀ ਤੋਂ ਰੁਖਸਤ ਕਰੀਏ, ਉਹਨਾਂ ਦਾ ਭੋਗ ਹੋਵੇ ਤੇ ਘੱਟੋ ਘੱਟ ਉਹਨਾਂ ਦੀ ਰੂਹ ਜਿਹੜੀ ਉਹਨਾਂ ਨੂੰ ਸ਼ਾਂਤੀ ਮਿਲੇ ਕਿ ਵਾਕਈ ਮੇਰੇ ਆਪਣੇ ਲੋਕ ਵੀ ਮੈਨੂੰ ਪਿਆਰ ਕਰਦੇ ਸੀ। ਜੇ ਕੋਈ ਚੰਗਾ ਮਾੜਾ ਕਿਹਾ ਗਿਆ ਹੋਏ ਤੇ ਮਾਫੀ ਚਾਹਨੀ ਹਾਂ।